ਹੈਲੋ ਫਰੈਂਡਸ, ਮੈਂ ਹਰਪਾਲ ਸਿੰਘ ਚਟਾਣਾ ਸਕਾਈ ਡ੍ਰੀਮਸ ਇਮੀਗ੍ਰੇਸ਼ਨ ਸਰਵਿਸ ਤੋਂ। ਅੱਜ ਆਪਾਂ ਗੱਲ ਕਰਾਂਗੇ ਰੀਸੈਂਟ ਅਪਡੇਟਸ ਜੋ ਕੈਨੇਡੀਅਨ ਗਵਰਨਮੈਂਟ ਵੱਲੋਂ ਰੀਸੈਂਟ ਅਪਡੇਟਸ ਆਈਆਂ ਨੇ ਵੀਜ਼ਾ ਪ੍ਰੋਸੈਸਿੰਗ ਟਾਈਮ ਦੇ ਰਿਗਾਰਡਿੰਗ, ਬਾਇਓਮੈਟ੍ਰਿਕਸ ਦੇ ਰਿਗਾਰਡਿੰਗ, ਟਰੈਵਲ ਦੇ ਰਿਗਾਰਡਿੰਗ ਤੇ ਇੱਕ ਜੋ ਬਹੁਤ ਹੀ ਮੇਨ ਅੱਜ ਜੇ ਆਪਾਂ ਗੱਲ ਕਰਨੀ ਹੈ ਉਹਨਾਂ ਬੱਚਿਆਂ ਦੀ ਜੋ ਕਹਿ ਰਹੇ ਆ ਕਿ ਸਾਡੇ ਆਫਰ ਲੈਟਰਸ ਰਿਵੋਕ ਹੋ ਗਏ ਨੇ, ਕੀ ਰੀਜ਼ਨਸ ਨੇ, ਕੀ ਉਹਨਾਂ ਦੇ ਸੋਲੂਸ਼ਨਸ ਨੇ, ਇਹਨਾਂ ਸਾਰੇ ਟੌਪਿਕਸ ਤੇ ਆਪਾਂ ਅੱਜ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ ਇਸ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਕੈਨੇਡੀਅਨ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਹਰ ਤਰ੍ਹਾਂ ਦਾ ਅਪਡੇਟ ਹੈ ਜੋ ਉਹ ਟਾਈਮ ਟੂ ਟਾਈਮ ਮਿਲਦਾ ਰਹੇ। ਸੋ ਆਪਾਂ ਸਭ ਤੋਂ ਪਹਿਲਾਂ ਕਰਾਂਗੇ ਗੱਲ ਵੀਜ਼ਾ ਪ੍ਰੋਸੈਸਿੰਗ ਟਾਈਮ। ਕੈਨੇਡੀਅਨ ਸਟੱਡੀ ਪਰਮਿਟ ਨੂੰ ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਰਿਹਾ ਹੈ। ਇਹਦੇ ਵਿੱਚ ਇਹ ਹੈ ਕਿ ਆਪਾਂ ਪਹਿਲਾਂ ਜੋ ਅਪਡੇਟ ਸੀ ਉਹਨਾਂ ਦੇ ਰਿਗਾਰਡਿੰਗ ਨਹੀਂ ਗੱਲ ਕਰਾਂਗੇ, ਜਸਟ ਜੋ ਰੀਸੈਂਟ ਅਪਡੇਟਸ ਆਈ ਨੇ CIC ਦੀ ਵੈਬਸਾਈਟ ਉੱਤੇ ਮੈਂਸ਼ਨ ਜੋ ਅਪਡੇਟਸ ਨੇ ਉਹਦੇ ਵਿੱਚ ਲਿਖਿਆ ਹੋਇਆ ਕਿ 13 ਵੀਕਸ ਪ੍ਰੋਸੈਸਿੰਗ ਟਾਈਮ ਅੰਬੈਸੀ ਆਪਣੀ ਸਾਈਟ ਤੇ ਸ਼ੋਅ ਕਰ ਰਹੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ 13 ਵੀਕਸ ਹੀ ਲੱਗਣਗੇ, ਇਹ ਜਸਟ ਟੈਂਟੇਟਿਵ ਹੁੰਦਾ ਹੈ ਔਰ ਆਪਾਂ ਕਹਿ ਸਕਦੇ ਹਾਂ ਕਿ ਐਵਰੇਜ ਹੁੰਦੀ ਹੈ ਇਹ ਜੋ ਮੈਕਸਿਮਮ ਜੋ ਸਟੂਡੈਂਟਸ ਨੇ ਉਹਨਾਂ ਦੀ ਐਵਰੇਜ ਇਹਨਾਂ ਨੇ ਕੈਲਕੂਲੇਟ ਕੀਤੀ ਹੁੰਦੀ ਹੈ। ਇਹ ਹਾਰਡ ਐਂਡ ਫਾਸਟ ਨਹੀਂ ਹੈਗਾ ਕਿ ਆਪਾਂ ਨੂੰ 13 ਵੀਕਸ ਹੀ ਲੱਗਣਗੇ। ਬੱਚਿਆਂ ਦੇ ਸਾਡੇ ਕੋਲ ਬਹੁਤ ਸਾਰੇ ਬੱਚਿਆਂ ਦੇ ਰਿਜ਼ਲਟਸ ਇਸ ਤਰ੍ਹਾਂ ਦੇ ਵੀ ਜਿਨ੍ਹਾਂ ਨੇ ਵਿਦਿਨ 4 ਵੀਕਸ 3 ਵੀਕਸ ਹੋਏ ਨੇ ਵਿੱਚ ਆਏ ਨੇ। ਇਹ ਆਪਾਂ ਟਾਈਮ ਕਾਊਂਟ ਕਰਨਾਗਾ ਉਸ ਦਿਨ ਤੋਂ ਜਿਸ ਦਿਨ ਆਪਣੇ ਬਾਇਓਮੈਟ੍ਰਿਕ ਸਬਮਿਟ ਹੋ ਚੁੱਕੇ ਨੇ, ਉਸ ਤੋਂ ਪਹਿਲਾਂ ਦਾ ਟਾਈਮ ਨਹੀਂ ਕਾਊਂਟ ਕਰਨਾ। ਇਹਦੇ ਵਿੱਚ ਇਹ ਹੈ ਵੀ ਜਿਹੜੇ ਬੱਚਿਆਂ ਦੇ ਬਾਇਓਮੈਟ੍ਰਿਕ ਹੋ ਗਏ ਨੇ ਉਹਨਾਂ ਦੇ ਬੱਚਿਆਂ ਉਹ ਤੋਂ ਬਾਅਦ 13 ਵੀਕਸ ਕਾਊਂਟ ਕਰਨੇ ਆ। ਸੋ ਜੇ ਆਪਾਂ ਦੇਖ ਕੇ ਜਿਹੜੇ ਜਨਵਰੀ ਇਨਟੇਕ ਵਾਲੇ ਬੱਚਿਆਂ ਦੀ ਜਿਨ੍ਹਾਂ ਨੇ ਆਫਰ ਲੈਟਰ ਅਪਲਾਈ ਕੀਤਾ ਹੋਇਆ ਜਾਂ ਜਿਨ੍ਹਾਂ ਦਾ ਜਸਟ ਨਾਓ ਆਫਰ ਲੈਟਰ ਆਇਆਗਾ ਉਹ ਕੀ ਕਰਨਗੇ। ਸੋ ਉਹਨਾਂ ਨੂੰ ਇਹੀ ਸੁਜੈਸ਼ਨ ਹੈ ਕਿ ਤੁਸੀਂ ਆਪਦੇ ਪ੍ਰੋਸੈਸ ਦੇ ਨਾਲ ਕੰਟੀਨਿਊ ਰੱਖੋ ਕਿਉਂਕਿ 13 ਵੀਕਸ ਨਹੀਂ ਲੱਗ ਰਹੇ, ਬਹੁਤ ਹੀ ਜੈਨੂਨ ਜਿਹਾ ਟਾਈਮ ਲੱਗ ਰਿਹਾ ਹੈ। ਮਿਨੀਮਮ 40 to 45 ਡੇਜ਼ ਦੇ ਵਿੱਚ ਰਿਜ਼ਲਟ ਆ ਰਿਹਾ ਹੈ, ਪ੍ਰੋਵਾਈਡਡ ਕਿ ਤੁਹਾਡੇ ਬਾਇਓਮੈਟ੍ਰਿਕ ਇਨ ਟਾਈਮ ਹੋ ਚੁੱਕੇ ਨੇ। ਇਹ ਆਪਾਂ ਕੰਸੀਡਰ ਕਰਕੇ ਚੱਲ ਰਹੇ ਹਾਂ। ਜੇ ਤੁਹਾਨੂੰ ਬਾਇਓਮੈਟ੍ਰਿਕ ਦੀ ਡੇਟ ਕਿਤੇ ਵੀ ਆਊਟ ਆਫ ਸਿਟੀ ਮਿਲ ਰਹੀ ਹੈ ਤਾਂ ਜਾਂ ਆਊਟ ਆਫ ਸਟੇਟ ਮਿਲ ਰਹੀ ਹੈ ਤਾਂ ਉਸ ਨੂੰ ਆਪਟ ਕਰੋ ਤੇ ਬਾਇਓਮੈਟ੍ਰਿਕ ਕਰਾ ਕੇ ਆਓ। ਸੈਕਿੰਡ ਆਪਾਂ ਗੱਲ ਕਰਾਂਗੇ ਬਾਇਓਮੈਟ੍ਰਿਕਸ ਦੇ ਰਿਗਾਰਡਿੰਗ ਹੀ ਆਪਾਂ ਗੱਲ ਕਰ ਲੈਣੇ ਅੱਗੇ। ਬਾਇਓਮੈਟ੍ਰਿਕਸ ਦੀ ਕੀ ਅਪਡੇਟਸ ਨੇ। ਸਭ ਤੋਂ ਰੀਸੈਂਟ ਅਪਡੇਟਸ ਬਾਇਓਮੈਟ੍ਰਿਕ ਦੀ ਇਹ ਆਈ ਹੈ ਕਿ ਕੈਨੇਡੀਅਨ ਗਵਰਨਮੈਂਟ ਨੇ ਇੱਕ ਚੀਜ਼ ਨੂੰ ਆਬਜ਼ਰਵ ਕੀਤਾ ਕਿ ਬਹੁਤ ਸਾਰੇ ਬੈਕਲੌਗ ਪਿਆ, ਬਹੁਤ ਸਾਰੇ ਪੈਂਡਿੰਗ ਕੈਂਡੀਡੇਟਸ ਪਏ ਨੇ ਜਿਨ੍ਹਾਂ ਨੇ ਬਾਇਓਮੈਟ੍ਰਿਕ ਸਬਮਿਸ਼ਨ ਨਹੀਂ ਕੀਤੀ। ਸੋ ਉਹਨਾਂ ਦੇ ਲਈ ਉਹਨਾਂ ਨੇ ਇੱਕ 1 ਅਕਤੂਬਰ ਤੋਂ ਇੱਕ ਸਪੈਸ਼ਲ ਵਿੰਡੋ ਓਪਨ ਕਰਨਾ ਸ਼ੁਰੂ ਕਰਤਾ। ਮੈਂ ਵੈਸੇ ਇਹ ਕਹੂੰਗਾ ਕਿ ਕਰਨ ਦੀ ਟਰਾਈ ਕੀਤੀ ਸੀ ਜੋ ਕਿ ਪ੍ਰੋਪਰ ਹਜੇ ਇੰਪਲੀਮੈਂਟ ਨਹੀਂ ਹੋਇਆ। ਜਸਟ ਇੱਕ ਦਿਨ ਓਪਨ ਹੋਈ ਸੀ, ਉਹਦੇ ਵਿੱਚ ਉਹਨਾਂ ਨੂੰ 5 ਜਾਂ 6 ਤਰੀਕ ਦੇ ਬਾਇਓਮੈਟ੍ਰਿਕਸ ਬੱਚਿਆਂ ਨੂੰ ਮਿਲ ਗਏ, ਬਟ ਉਸ ਟਾਈਮ ਤੇ ਵੀ ਸਰਵਰ ਬਹੁਤ ਜ਼ਿਆਦਾ ਬਿਜ਼ੀ ਰਿਹਾ ਸੀ, ਬਹੁਤ ਹੀ ਘੱਟ ਕੈਂਡੀਡੇਟਸ ਨੂੰ ਮਿਲਿਆ ਕਿਉਂਕਿ ਬਲਕ ਦੇ ਵਿੱਚ ਕੈਂਡੀਡੇਟਸ ਪੈਂਡਿੰਗ ਪਏ ਨੇ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਆਪਾਂ ਕਹਿ ਸਕਦੇ ਹਾਂ ਵੀ ਕੈਨੇਡੀਅਨ ਐਮਬੈਸੀ ਦੁਬਾਰਾ ਵੀ ਕਰੂਗੀ। ਸੋ ਆਪਾਂ ਨੂੰ ਹੋਪ ਕਰਨੀ ਚਾਹੀਦੀ ਹੈ ਕਿ ਆਪਣੇ ਬਾਇਓਮੈਟ੍ਰਿਕ ਡੇਟ ਹੈ ਜੋ ਇਹਨਾਂ ਸਲੋਟਸ ਦੇ ਵਿੱਚ ਮਿਲ ਸਕੇ। ਸੋ ਉਹਦੇ ਵਿੱਚ ਇੱਕ ਹੋਰ ਅਪਡੇਟ ਆਈ ਹੈ ਬਾਇਓਮੈਟ੍ਰਿਕ ਦੇ ਰਿਗਾਰਡਿੰਗ ਕਿ ਆਪਾਂ ਨੂੰ ਜਿਨ੍ਹਾਂ ਬੱਚਿਆਂ ਨੇ ਪਹਿਲਾਂ ਬਾਇਓਮੈਟ੍ਰਿਕ ਡੇਟ ਲੈ ਚੁੱਕੇ ਹੈ ਤੇ ਜੇ ਡੇਟ ਉਹਨਾਂ ਦੀ ਕਾਫੀ ਦੂਰ ਆ ਰਹੀ ਉਹ ਉਸ ਨੂੰ ਕੈਂਸਲ ਕਰ ਸਕਦੇ ਆ ਤੇ ਜੋ ਆਪਾਂ ਉਹਨਾਂ ਨੂੰ ਅਰਲੀਅਰ ਜੇ ਕੋਈ ਸਲੋਟ ਦੇ ਵਿੱਚ ਮਿਲਦਾ ਤਾਂ ਬੁੱਕ ਕਰ ਸਕਦੇ ਆ। ਹਾਂਜੀ, ਪਹਿਲਾਂ ਇਹਨਾਂ ਨੇ ਕੈਨੇਡੀਅਨ ਐਮਬੈਸੀ ਨੇ ਇਹ ਗੱਲ ਕਹੀ ਸੀ ਕਿ ਜੋ ਆਲਰੇਡੀ ਬੁੱਕਡ ਕੈਂਡੀਡੇਟਸ ਨੇ ਚਾਹੇ ਉਹ ਲੇਟ ਹੀ ਹੋਵੇ ਉਹਨਾਂ ਦੀ ਡੇਟ ਉਹ ਕੈਂਸਲ ਕਰਕੇ ਦੁਬਾਰਾ ਬੁੱਕ ਨਾ ਕਰਨ, ਬਟ ਹੁਣ ਉਹਨੂੰ ਬੁੱਕ ਕਰ ਸਕਦੇ ਆ ਦੁਬਾਰਾ। ਪਹਿਲਾਂ ਦੀ ਡੇਟ ਨੂੰ ਉਹਨੂੰ ਕੈਂਸਲ ਕਰਕੇ ਕੋਈ ਅਰਲੀ ਪੋਸੀਬਲ ਡੇਟ ਮਿਲਦੀ ਆ ਤਾਂ ਉਹਨੂੰ ਬੁੱਕ ਕਰ ਸਕਦੇ ਆ। ਰੈਸਟ ਇਹ ਤੋਂ ਬਾਅਦ ਆਪਾਂ ਗੱਲ ਕਰਾਂਗੇ ਟਰੈਵਲ ਦੀ। ਕੀ ਟਰੈਵਲ ਦੇ ਅਪਡੇਟਸ ਨੇ। ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਡਾਇਰੈਕਟ ਫਲਾਈਟਸ ਓਪਨ ਹੋ ਚੁੱਕੀਆਂ ਨੇ, ਬਟ ਜੋ ਅਸੀਂ ਆਬਜ਼ਰਵ ਕੀਤਾ ਹੈ ਡਾਇਰੈਕਟ ਫਲਾਈਟਸ ਦੀ ਕਾਸਟ ਹੈ ਉਹ ਵੀ ਨੀਅਰ ਅਬਾਊਟ 2 ਲੱਖ ਦੇ ਚੱਲ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ। ਆਲਦੋ ਜੋ ਡਾਇਰੈਕਟ ਫਲਾਈਟਸ ਬਿਫੋਰ ਕੋਵਿਡ ਸੀ ਉਹ 55,000 50,000 ਦੇ ਅਰਾਊਂਡ ਆਪਾਂ ਨੂੰ ਮਿਲ ਜਾਂਦੀ ਸੀ। ਇਹਦੇ ਵਿੱਚ ਰੀਜ਼ਨ ਫਿਰ ਸੇਮ ਹੈ ਕਿ ਬਲਕ ਦੇ ਵਿੱਚ ਕੈਂਡੀਡੇਟਸ ਪੈਂਡਿੰਗ ਹੈ ਜਿਨ੍ਹਾਂ ਨੇ ਜਾਣਾ ਕਿ ਇਹਦਾ ਫਸਟ ਸਮੈਸਟਰ ਕੰਪਲੀਟ ਹੈ, ਕਿ ਦਾ ਸੈਕੰਡ ਕੰਪਲੀਟ ਹੈ, ਈਵਨ ਕਿ ਕਿਸੇ ਦੀ ਸਟੱਡੀ ਵੀ ਕੰਪਲੀਟ ਹੋ ਚੁੱਕੀ ਹੈ। ਉਸ ਤਰ੍ਹਾਂ ਦੇ ਕੈਂਡੀਡੇਟਸ ਦੇ ਰਸ਼ ਦੇ ਕਰਕੇ ਹੀ ਇਹ ਜੋ ਕਾਸਟ ਹੈ ਆਪਾਂ ਨੂੰ ਜ਼ਿਆਦਾ ਪੈ ਰਹੀ ਹੈ। ਇਸ ਦਾ ਜੋ ਆਪਾਂ ਸੈਕੰਡ ਫੇਸ ਦੇਖ ਸਕਦੇ ਹਾਂ ਇਹੀ ਹੈ ਕਿ ਇਨਡਾਇਰੈਕਟ ਫਲਾਈਟਸ ਦੀ ਕਾਸਟ ਹੈ ਜੋ ਉਹ ਕਾਫੀ ਘੱਟ ਚੁੱਕੀ ਹੈ। ਤੁਹਾਨੂੰ ਲੱਖ ਸਵਾ ਲੱਖ ਦੇ ਅਰਾਊਂਡ ਇਨਡਾਇਰੈਕਟ ਫਲਾਈਟਸ ਮਿਲ ਸਕਦੀਆਂ। ਸੋ ਮੈਂ ਸੁਜੈਸਟ ਕਰੂੰਗਾ ਕਿ ਤੁਸੀਂ ਇਨਡਾਇਰੈਕਟ ਫਲਾਈਟਸ ਲੈ ਕੇ ਜਾਓ ਬਿਕਾਜ਼ ਕੈਨੇਡੀਅਨ ਐਮਬੈਸੀ ਡਾਇਰੈਕਟ ਔਰ ਇਨਡਾਇਰੈਕਟ ਬੋਥ ਮੋਡਸ ਨੂੰ ਐਕਸੈਪਟ ਕਰ ਰਹੀ ਹੈ, ਪ੍ਰੋਵਾਈਡਡ ਕਿ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਹੋਵੇ। ਡਾਕੂਮੈਂਟੇਸ਼ਨ ਇਨ ਦਾ ਸੈਂਸ ਤੁਹਾਡੀਆਂ ਦੋਨੋਂ ਡੋਜ਼ ਲੱਗੀਆਂ ਹੋਣ, ਮਿਨੀਮਮ 15 ਡੇਜ਼ ਹੋ ਚੁੱਕੇ ਹੋਣ ਤੁਹਾਡੀਆਂ ਦੋਨੋਂ ਡੋਜ਼ਸ ਨੂੰ, ਅਤੇ ਉਹ ਤੋਂ ਇਲਾਵਾ ਤੁਹਾਡੇ ਕੋਲੇ ਅਰਾਈਵ ਕੈਨ ਐਪ ਤੁਹਾਡੇ ਫੋਨ ਦੇ ਵਿੱਚ ਡਾਊਨਲੋਡ ਹੋਣੀ ਚਾਹੀਦੀ ਹੈ
इंटरव्यू उत्थे कोई नहीं होंदा। ये काफ़ी चल रही है गल कि जो उत्थे ऑफिसर है एम्बैसी दे विच या इमीग्रेशन काउंटर ते ऑफिसर बैठा है वो साडे तो इंटरव्यू लूगा। कोई इस तरह की गल नहीं है, कोई इंटरव्यू नहीं होंदा। जस्ट तुहाडे कोल डॉक्यूमेंटेशन तुहाडी कंप्लीट होनी चाहिए है, तुहाडे तो कोई भी डॉक्यूमेंट देखने लिए मंग सकदा है। उस तो बाद जो लास्ट सब तो मेन टॉपिक है वो है रिवोक ऑफर लैटर की। रिवोक ऑफर लैटर मतलब वो ऑफर लैटर जिन्होंने कॉलेज ने रिवोक करता किसी रीजन करके। एज सच कॉलेज कोई मैंशन नहीं कर रहा रीजन, बट जो ऑबजर्व किया गया वो दो मेन रीजन आ रहे हैं। एक तो कि बच्चों ने रजिस्टर नहीं किया, बच्चों को ईमेल्स पाई गई कि तुम आपके आप को रजिस्टर कर लो जो अपन क्लासेस या अपना इंटेक स्टार्ट हो चुका है। तो बट उन्होंने इग्नोर किया बच्चों ने तो आपके आप कॉलेज के पोर्टल पर रजिस्टर नहीं किया। फर्स्ट थिंग ये होगी। सैकेंड थिंग होगी वो बच्चे जिन्होंने फर्स्ट ईयर की फुल फीस पे नहीं की उन्होंने बच्चों के ऑफर लैटर रिवोक होए। ਹੁਣ ਇਹਨਾਂ ਦੋਨਾਂ ਗੱਲਾਂ ਦਾ ਆਪਣੇ ਕੋਲ ਕੀ ਸੋਲੂਸ਼ਨ ਹੈ? ਇਹਨਾਂ ਦਾ ਸੋਲੂਸ਼ਨ ਦੇਖੋ ਇਹੀ ਹੈ ਕਿ ਆਪਾਂ ਕਾਲਜਿਸ ਨਾਲ ਕੰਟੈਕਟ ਕਰੋ, ਉਹਨਾਂ ਨੂੰ ਮੇਲ ਪਾਓ ਤੇ ਆਪਦੀ ਜੋ ਵੀ ਉਹਨਾਂ ਦੀ ਤੁਹਾਡੀ ਲੈਕ ਹੈ ਤੁਸੀਂ ਕਿਸੇ ਵੀ ਪੁਆਇੰਟ ਤੇ ਉਹਨੂੰ ਫੁਲਫਿਲ ਕਰਕੇ ਆਪਾਂ ਆਪਦਾ ਪ੍ਰੋਸੈਸ ਕੰਟੀਨਿਊ ਰੱਖੋ। ਚਾਹੇ ਤੁਹਾਡੀ ਫਾਈਲ ਐਮਬੈਸੀ 'ਚ ਪਈ ਹੈ, ਚਾਹੇ ਤੁਹਾਡੀ ਪੀਪੀਆਰ ਆ ਚੁੱਕੀ ਹੈ, ਚਾਹੇ ਤੁਸੀਂ ਅਜੇ ਫਾਈਲ ਲੌਗਇਨ ਕਰਨੀ ਹੈ। ਇਹਨਾਂ ਸਾਰੇ ਕੇਸਿਸ ਦੇ ਵਿੱਚ ਤੁਸੀਂ ਕਾਲਜ ਜਾਂ ਕੋਰਸ ਨਹੀਂ ਚੇਂਜ ਕਰਨਾ, ਬਿਕੋਜ਼ ਕਾਲਜ ਜਾਂ कोर्स चेंज करना मतलब है तुसी DLI नंबर चेंज कर रहे हो। DLI नंबर चेंज करना मतलब है कि तुसी आपदा वीज़ा प्रोसैस दोबारा तो स्टार्ट कर रहे हो। मतलब तुसी एक समैसटर मिनीमम पिछे चल जाओगे जे तुसी दोबारा तुसी आपदा DLI नंबर चेंज करने बारे सोचा था। सो सेम कॉलेज रखना है, सेम कोर्स रखना है। ये गलती भुल के भी नहीं करनी कि आप DLI नंबर चेंज कर लीए। आउटसाइड कैनेडा तुसी DLI नंबर चेंज करते हो जे दैन तो फाइल दोबारा तो लॉन्च करनी पैनी है। सो इस चीज़ को अवॉइड करो। सो इस तो इलावा आपके मन के किसी भी तरह का कोई क्वेश्चन हो तो कमेंट्स के आपका क्वेश्चन जरूर पुट अप करना, जहाँ जिहदा किसी का रिवोक होया ऑफर लैटर सानू कॉन्टैक्ट कर सकता है। असीं उसकी पूरी तरह गाइड करके हैल्प करांगे। जे किसी ने ट्रैवल के रिगार्डिंग या बायोमैट्रिक्स की डेट्स के रिगार्डिंग या वीज़ा प्रोसैसिंग टाइम के रिगार्डिंग कोई भी इंफॉर्मेशन लेनी है, राइट तो इलावा भी कोई होर इंफॉर्मेशन लेना चाहते हो तो सानू ऑफिस के नंबर 8360000818 से कॉन्टैक्ट कर सकते हो या कमेंट्स के अपना क्वेश्चन पुट अप कर सकते हो। इस तो इलावा साडे चैनल को सबसक्राइब करना बिल्कुल नहीं भुलना तो बैल आइकन प्रेस करना भी नहीं भुलना। थैंक यू वेरी मच।